ਇਹੋ ਜਿਹਾ ਸਕੰਜਾ ਕੱਸ ਰਿਹਾ ਸਾਡੇ ਤੇ। ਜੇ ਅਸੀਂ ਕੋਰਟ ਦੇ ਵਿੱਚ ਚਲੇ ਜਾਂਦੇ ਹਾਂ, ਸਾਡੀ ਜ਼ਮੀਨ ਵੀ ਚਲੀ ਜਾਊਗੀ, ਸਾਨੂੰ ਮੁਆਵਜ਼ਾ ਵੀ ਨਹੀਂ ਮਿਲਣਾ, ਪੈਸੇ ਵੀ ਨਹੀਂ ਮਿਲਣੇ। ਇਸ ਤੋਂ ਵੱਡਾ ਦੁਖਾਂਤ ਜੇ ਮੈਂ ਦੱਸੂਗਾ, ਕਿਉਂਕਿ ਤੁਹਾਡਾ ਬੜਾ ਫੇਮਸ ਚੈਨਲ ਆ, ਬੜੀ ਦੂਰ ਤੱਕ ਆਵਾਜ਼ ਜਾਊਗੀ। ਸਾਡੀਆਂ ਜ਼ਮੀਨਾਂ ਦੇ ਉੱਤੇ ਪਹਿਲਾਂ ਹੀ ਨੋਟ ਲੱਗ ਚੁੱਕੇ ਆ, ਰੈੱਡ ਨੋਟ ਲਿਖਿਆ ਚੁੱਕਿਆ ਕਿ ਜਿਹੜੀ ਇਹ ਜ਼ਮੀਨ ਹੈ ਸਰਕਾਰ ਦੀ ਹੋ ਚੁੱਕੀ ਹੈ। ਹਾਂ, ਉਹ ਚੜ੍ਹ ਚੁੱਕੀ ਹੈ। ਤੁਸੀਂ ਉਹ 'ਤੇ ਲੋਨ ਨਹੀਂ ਲੈ ਸਕਦੇ, ਤੁਸੀਂ ਉਹ ਜ਼ਮੀਨ ਵੇਚ ਨਹੀਂ ਸਕਦੇ, ਤੁਸੀਂ ਉਹ ਗਹਿਣੇ ਨਹੀਂ ਧਰ ਸਕਦੇ। ਉਹਦੇ ਨਾਲ ਇਕੱਲੀ ਉਹ ਜ਼ਮੀਨ ਨਹੀਂ ਜਿਹਦੇ ਵਿੱਚ ਦੀ ਸੜਕ ਨਿਕਲਣੀ ਹੈ, ਉਹ ਖੇਪਟ ਦੇ ਨਾਂ 'ਤੇ ਆ। ਉਹਦੇ 'ਚ 8 ਕਿੱਲੇ ਆ, 8 ਕਿੱਲੇ ਹੀ ਤੁਹਾਡੇ ਰੁਕ ਗਏ। ਜਦੋਂ ਦੋ ਭਰਾਵਾਂ ਦੀ ਲੜਾਈ ਹੋ ਜਾਂਦੀ ਹੈ, ਆਪਾਂ ਕੀ ਕਹਿੰਦੇ ਆ, ਕੋਈ ਦੇਣ ਲੈਣਾ ਪੈਸਿਆਂ ਦਾ, ਕੋਈ ਦੇਣ ਲੈਣਾ। ਆਪਾਂ ਕੀ ਕਹਿੰਦੇ ਆ, ਆਪਾਂ ਕਹਿੰਦੇ ਆ ਯਾਰ ਤੂੰ ਦੇਣੇ ਆ, ਅਤੇ ਉਹ ਕਹਿੰਦਾ ਮੈਂ ਲਏ ਨਹੀਂ, ਅਤੇ ਆਪਾਂ ਕਹਿੰਦੇ ਗੁਰਦੁਆਰੇ ਮੰਦਰ ਚੜ੍ਹ ਜਾ ਅਤੇ ਛੱਡ ਦਿਓ ਜੀ ਸਾਰਾ। ਮੈਂ ਕਿਹਾ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਅਸੀਂ ਰੇਟ ਸਹੀ ਪਾ ਰਹੇ ਹਾਂ, ਤੁਹਾਡੇ ਅਫਸਰ ਗੁਰਦੁਆਰੇ ਜਾਂ ਮੰਦਰ ਚੜ੍ਹ ਜਾਣ ਅਤੇ ਅਸੀਂ ਛੱਡ ਦਾਂਗੇ, ਜੋ ਸਾਨੂੰ ਮਿਲ ਜੂ ਅਸੀਂ ਲੈ ਕੇ ਘਰਾਂ ਨੂੰ ਚਲੇ ਜਾਵਾਂਗੇ। ਮੈਂ ਕਿਹਾ ਤਾਂ ਕੋਈ ਔਖਾ ਫੈਸਲਾ ਹੀ ਨਹੀਂ ਹੈਗਾ, ਸਾਡੀ ਲੜਾਈ ਕਿਸ ਗੱਲ ਦੀ ਆ। ਚਲੋ ਪੈਮਾਨਾ ਲਾ ਲੈਂਦੇ ਹਾਂ। ਤੂੰ ਕਿਸੇ ਬੰਦੇ ਨੂੰ ਜ਼ਮੀਨ ਦਾ ਰੇਟ ਪੁੱਛ ਲਓ ਪੰਜਾਬ ਦੀ ਦਾ, ਅਤੇ ਮੈਨੂੰ ਲੱਗਦਾ ਤੁਸੀਂ ਇੱਥੇ ਖੜੇ ਹੀ ਦੱਸ ਦੋਗੇ ਬਾਈ ਜੀ। ਬੜਾ ਸੋਹਣਾ ਲੱਗਦਾ ਜਦੋਂ ਮੈਂ ਸੁਣਦਾ ਗੱਲ ਵੀ ਬੜੀ ਵੱਡੀ ਅਫਵਾਹ ਫੈਲਾਈ ਜਾ ਰਹੀ ਹੈ। 50 ਲੱਖ ਤੁਸੀਂ ਕੀ ਦੇ ਰਹੇ ਹੋ ਸਾਨੂੰ? ਕੋਈ ਭੀਖ ਥੋੜ੍ਹੀ ਦੇ ਰਹੇ ਹੋ, ਸਾਡੇ ਹੱਕ ਦੇ ਰਹੇ ਹੋ। ਹੱਕ ਕੀ ਹੈ ਸਾਡਾ? 25 ਲੱਖ ਰੁਪਇਆ ਰੇਟ ਹੈ, ਮਲਟੀਪਲਾਈ ਫੈਕਟਰ 2 ਹੈ, 2 ਦਾ ਮਲਟੀਪਲਾਈ ਫੈਕਟਰ ਲੱਗ ਗਿਆ 50 ਹੋ ਗਿਆ। 100% ਸਲੇਸ਼ੀ ਮੈਂ ਕਰੋੜ ਰੁਪਈਆ ਬਣਦਾ। ਇਹ ਤਾਂ ਕਾਨੂੰਨ ਕਹਿੰਦਾ। ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲਊਂਗਾ, ਸਾਰੀਆਂ ਇਨਵੋਲਡ ਹੈ, ਸਾਰੀਆਂ ਪਾਰਟੀਆਂ ਇਨਵੋਲਡ ਹੈ, ਕਾਂਗਰਸ ਵੀ ਇਨਵੋਲਡ ਹੈ, ਅਕਾਲੀ ਦਲ ਇਨਵੋਲਡ ਹੈ, ਝਾੜੂ ਵਾਲੇ ਇਨਵੋਲਡ ਹੈ। ਅਸੀਂ ਤਾਂ ਚੁਣ ਕੇ ਭੇਜਤੇ ਨਾ। ਜ਼ਮੀਨ ਜਿਹੜੀ ਜੱਟ ਦੀ ਮਾਂ ਹੁੰਦੀ ਹੈ, ਅਤੇ ਮਾਂ ਨੂੰ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਵੇਚਣਾ, ਉਹ ਤੁਹਾਨੂੰ ਪਤਾ ਵੀ ਜਿਹੜਾ ਇੱਕ ਕਿਸਾਨ ਵਾਸਤੇ ਬਹੁਤ ਔਖਾ ਹੁੰਦਾ। ਇਹ ਹੁੰਦਾ ਵੀ ਕਈ ਵਾਰੀ ਦੁੱਖ ਦੇ ਸੁੱਖ ਦੇ ਜਿਹੜਾ ਹੈਗਾ ਸਰਕਾਰਾਂ ਦਾ ਨਲਾਇਕੀਆਂ ਕਰਕੇ ਕਰਜ਼ਾ ਚੜ੍ਹ ਜਾਂਦਾ, ਉਦੋਂ ਕਈ ਵਾਰੀ ਕਿਸੇ ਨੂੰ ਵੇਚਣੀ ਵੀ ਪੈ ਜਾਂਦੀ ਹੈ, ਗਹਿਣੇ ਵੀ ਰੱਖਣੀ ਪੈਂਦੀ ਹੈ। ਪਰ ਜਿਵੇਂ ਇੱਕ ਕਹਾਵਤ ਆ ਪਿੰਡਾਂ ਦੀ, ਕਹਿੰਦਾ ਵੀ ਜੱਟ ਨੂੰ ਕਹਿੰਦੀ ਜ਼ਮੀਨ, ਕਹਿੰਦੀ ਵੀ ਜੇ ਤੂੰ ਵੱਜ ਗਿਆ ਤਾਂ ਮੈਂ ਤੈਨੂੰ ਛਡਾ ਲੂੰਗੀ, ਪਰ ਜੇ ਮੈਂ ਵੱਜ ਗਈ ਤਾਂ ਤੂੰ ਛਡਾਈ ਨਹੀਂ ਜਾਣੀ। ਪਰ 25,000 ਏਕੜ ਜਿਹੜਾ ਹੈਗਾ ਕਿੱਲਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਵੱਡੇ ਰੋਡਾਂ ਦੇ ਨਾਮ ਦੇ ਉੱਪਰ ਲਿੱਤਾ ਜਾ ਰਿਹਾ। ਮੈਂ ਸਟੋਰੀ ਕੀਤੀ ਸੀ ਮੇਰੇ ਨਾਲ ਫੂਲੇ ਵਾਲੇ ਪਿੰਡ ਤੋਂ, ਜਦੋਂ ਆਪਾਂ ਅੱਗੇ ਰੋਡ ਕਿਸਾਨ ਸੰਘਰਸ਼ ਕਮੇਟੀ ਨੇ ਸੰਘਰਸ਼ ਸ਼ੁਰੂ ਕੀਤਾ ਸੀ, ਫੂਲੇ ਵਾਲੇ ਦਾ ਮੁੰਡਾ ਮੇਰੇ ਨਾਲ ਹੈ। ਕਿੰਨਾ ਕੁ ਫਰਕ ਪਿਆ ਹੁਣ ਜਿਹੜਾ ਹੈਗਾ ਮੋਤੀ ਮਹਿਲਾਂ ਤੱਕ ਵੀ ਵੜ ਗਏ। ਕੱਲ੍ਹ ਤੁਸੀਂ ਮੈਨੂੰ ਲੱਗਦਾ ਮੋਗੇ ਵੀ ਸੀਗੇ, ਅੱਜ ਬਠਿੰਡੇ ਆਏ ਹੋਏ ਹੋ। ਕੋਈ ਸਰਕਾਰ ਹਿੱਲ ਜੁਲ ਹੋਈ, ਕਿੱਥੋਂ ਤੱਕ ਪਹੁੰਚਿਆ, ਕਿੱਥੋਂ ਚੱਲੇ ਸੀ, ਕਿੱਥੇ ਪਹੁੰਚੇ? ਬਾਈ ਜੀ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਇੰਟਰਵਿਊ ਕੀਤੀ ਸੀ, ਉਦੋਂ ਇਹਨਾਂ ਨੇ ਸੰਘਰਸ਼ ਦੀ ਗੱਲ ਕਰੀਏ ਤਾਂ ਸਟਾਰਟ ਕੀਤਾ ਸੀ। ਪਹਿਲਾਂ ਲੋਕਾਂ ਨੂੰ ਲੱਗਦਾ ਸੀ ਜਿਵੇਂ ਪਹਿਲਾਂ ਨੈਸ਼ਨਲ ਹਾਈਵੇ ਲੰਘੇ ਸੀ ਵੀ 1.5 2 ਕਰੋੜ ਰੁਪਇਆ ਸਾਨੂੰ ਮਿਲ ਜਾਣਾ, ਅਤੇ ਲੋਕ ਚਲੋ ਖੁਸ਼ੀ ਵੀ ਹੁੰਦੀ ਆ, ਕਿਸੇ ਨੇ ਕੋਈ ਕਬੀਲਦਾਰੀ ਸੈੱਟ ਕਰਨੀ ਹੁੰਦੀ ਆ, ਕੋਈ ਬੱਚਾ ਬਾਹਰ ਘੱਲਣਾ ਹੁੰਦਾ। ਪਰ ਬਾਅਦ 'ਚ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਪੈਸੇ ਕੁਛ ਨਹੀਂ ਦੇ ਰਹੇ। ਸਾਡਾ ਸਵਾ ਦਾ ਮਲਟੀਪਲਾਇਰ ਸੀ ਪਰ ਕਲੈਕਟਰ ਰੇਟ 'ਤੇ, ਜਦੋਂ ਉਹਦੇ ਨਾਲ ਆਪਾਂ ਗੁਣਾ ਕਰਦੇ ਸੀ ਕਿਤੋਂ ਵੀ 6 ਲੱਖ 7 ਲੱਖ ਕਲੈਕਟਰ ਰੇਟ ਹੈਗਾ ਜੀ, 14-15 ਲੱਖ ਰੁਪਏ 'ਚ ਕਿੱਲਾ ਜਿਹੜੀ ਪੰਜਾਬ ਸਰਕਾਰ ਕੇਂਦਰ ਨੂੰ ਦੇਣ ਜਾ ਰਹੀ ਸੀ। ਪਰ ਸੰਘਰਸ਼ ਵਿੱਢਿਆ ਸਾਡੇ ਕੋਆਰਡੀਨੇਟਰ ਹਰਮਨਪ੍ਰੀਤ ਸਿੰਘ ਡਿੱਕੀ ਜੀ, ਸਾਡੇ ਪੰਜਾਬ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ, ਉਹਨਾਂ ਨੇ ਚਲੋ ਇਹ ਸ਼ੁਰੂਆਤ ਕੀਤੀ, ਬਠਿੰਡਾ ਜ਼ਿਲ੍ਹਾ ਜੁੜਿਆ ਨਾਲ, ਅਤੇ ਹੌਲੀ ਹੌਲੀ ਸਾਰੇ ਜ਼ਿਲ੍ਹੇ ਜੁੜਦੇ ਗਏ। ਪਰ ਉਸ ਤੋਂ ਬਾਅਦ ਚਲੋ 15 ਜਨਵਰੀ ਨੂੰ ਅਸੀਂ YPA ਚੌਂਕ ਘੇਰਿਆ ਸੀਗਾ। ਉਸ ਤੋਂ ਬਾਅਦ ਸਾਨੂੰ ਟਾਈਮ ਦਿੱਤਾ ਸੀ ਕੈਪਟਨ ਦੇ OSD ਹੈਗੇ ਨੇ ਸਰਦਾਰ MP ਸਿੰਘ। ਉਹਨਾਂ ਤੋਂ ਬਾਅਦ ਜਦੋਂ ਸਾਨੂੰ ਪਹਿਲੀ ਮੀਟਿੰਗ ਹੋਈ, ਉਹਨੂੰ ਦੱਸਿਆ, ਸਾਰੇ ਪ੍ਰੈਜੈਂਟੇਸ਼ਨ ਬਣਾ ਕੇ ਦੱਸੀ ਵੀ ਆਏ ਆ ਧੱਕਾ ਹੋ ਰਿਹਾ। ਚਲੋ ਉਹਨਾਂ ਨੇ ਸਾਨੂੰ 1.25 ਤੋਂ 2 ਦਾ ਮਲਟੀਪਲਾਇਰ ਕਰਤਾ ਬਾਈ ਜੀ ਸਾਨੂੰ। ਫਿਰ ਅਸੀਂ 27 28 30 ਲੱਖ ਤੱਕ ਮੰਨ ਕੇ ਚਲੋ ਜ਼ਮੀਨ, ਫਿਰ ਸੈਟਿਸਫਾਈ ਕਿੱਥੇ ਹੁੰਦਾ ਬਾਈ? 30 ਲੱਖ ਤਾਂ ਆਪਾਂ ਨੂੰ ਆਮ ਜ਼ਮੀਨ ਨਹੀਂ ਮਿਲਦੀ, ਅਤੇ ਜਿਹੜੇ ਰੋਡ ਪਾੜ ਕੇ ਲੰਘ ਰਹੇ ਆ ਉਹ ਤੁਸੀਂ ਦੇਖੋ ਜ਼ਮੀਨਾਂ ਜਮ੍ਹਾਂ ਖਤਮ ਹੋ ਗਈਆਂ, ਨਹੀਂ ਸਾਨੂੰ ਸੈਟਿਸਫਾਈ। ਹੁਣ ਇਹਨਾਂ ਨੇ ਇੱਕ ਹੋਰ ਰਾਹ ਲੱਭਿਆ ਬਾਈ ਜੀ, ਪਹਿਲਾਂ 26A ਦੇ ਤਾਂ ਕੋਈ ਸੀਗਾ ਕਾਨੂੰਨ, 26A ਧਾਰਾ, ਉਹਦੇ ਅਧੀਨ ਕਰਦੇ ਸੀ। ਹੁਣ 28A ਹੈਗਾ ਕੋਈ, ਉਹ ਲੱਭਿਆ ਹੈਗਾ, ਅਤੇ ਕੋਈ ਉਹਦੇ ਅਧੀਨ ਇਹ ਮੰਨ ਕੇ ਚਲੋ ਇੱਕ ਏਰੀਏ ਦਾ ਕਲੈਕਟਰ ਰੇਟ ਚੱਕ ਕੇ ਜਿੱਥੇ ਜ਼ਿਆਦਾ ਉਹ ਸਾਰੇ ਪਿੰਡਾਂ ਨੂੰ ਦੇ ਸਕਦਾ, ਛਾਂਟ ਰੇਟ ਚੱਕ ਕੇ ਉਹਦੇ ਤਾਂ 35 ਤੋਂ 38 ਲੱਖ ਰੁਪਏ ਤੱਕ ਹੁਣ ਇਹ ਪਹੁੰਚੇ ਹੈਗੇ ਨੇ। ਪਰ ਜਿਹੜਾ ਕਿਸਾਨ ਇਹ ਤੋਂ ਸੈਟਿਸਫਾਈ ਨਹੀਂ ਹੈਗਾ। ਸੋ ਇਹ ਜਿਹੜਾ ਹੈਗਾ 35 ਤੋਂ 38 ਲੱਖ ਰੁਪਏ ਤੱਕ ਜਿਹੜਾ ਹੈਗਾ ਸਰਕਾਰ ਇਹਨਾਂ ਨੂੰ ਕਹਿੰਦੇ ਵੀ ਦੇਣ ਨੂੰ ਤਿਆਰ ਆ। ਮੇਰੇ ਨਾਲ ਕੋਆਰਡੀਨੇਟਰ ਪੰਜਾਬ ਨੇ। ਜਦੋਂ ਤੁਹਾਡੀਆਂ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਕਦੇ, ਜਦੋਂ ਤੁਸੀਂ ਮਤਲਬ ਮੋਤੀ ਮਹਿਲ ਦੇ ਵਿੱਚ ਵੜੇ ਸੀ? ਬੜਾ ਵੱਡਾ ਸਵਾਲ ਅਤੇ ਬੜਾ ਵੱਡਾ ਦੁਖਾਂਤ ਹੈ। 8 ਮਹੀਨੇ ਤੋਂ ਇੱਕ ਵੀ ਸਾਨੂੰ ਇਹੋ ਜਿਹਾ ਲੀਡਰ ਜਾਂ ਇੱਕ ਵੀ ਸਾਨੂੰ ਕੋਈ ਇਹੋ ਜਿਹਾ ਇਨਸਾਨ ਨਹੀਂ ਮਿਲਿਆ ਜਿਹੜਾ ਸਾਨੂੰ ਕੈਪਟਨ ਸਾਹਿਬ ਨੂੰ ਮਿਲਾ ਸਕੇ। ਕੈਪਟਨ ਸਾਹਿਬ ਨੂੰ ਮਿਲਣ ਲਈ 8 ਮਹੀਨਿਆਂ ਤੋਂ ਅਸੀਂ ਰੋਸ਼ਨ ਵਾਲੇ ਬਜ਼ੁਰਗਾਂ ਨੂੰ, ਬੀਬੀਆਂ ਨੂੰ ਲੈ ਕੇ ਬੈਠੇ ਹਾਂ, ਅਤੇ 6 ਮਹੀਨੇ ਪਟਿਆਲੇ ਹੋ ਗਏ, ਮੋਤੀ ਮਹਿਲ ਦੇ ਬਿਲਕੁਲ ਬਾਹਰ। ਪ੍ਰਸ਼ਾਸਨ ਦੇ ਕਹਿਣ 'ਤੇ ਅਸੀਂ ਉੱਥੇ ਕਰੋਨਾ ਦੇ ਕਾਰਨ ਇੱਕ ਚੰਗੀ ਸਿਆਣਪ ਦਿਖਾਈ ਵੀ ਮੇਰਾ ਕੋਈ ਕਿਸਾਨ ਬਿਮਾਰ ਨਾ ਹੋ ਜੇ, ਅਤੇ ਅਸੀਂ ਉੱਥੇ ਜ਼ਿਲ੍ਹਾ ਵਾਈਜ਼ ਡਿਊਟੀਆਂ ਲਾਤੀਆਂ। ਪਰ ਧਰਨਾ ਸਾਡਾ ਕੰਟੀਨਿਊ, ਅੱਜ ਵੀ ਧਰਨਾ ਸਾਡਾ ਉਵੇਂ ਹੀ ਚੱਲ ਰਿਹਾ। ਇੱਕ ਇੰਤਜ਼ਾਰ ਦੇ ਵਿੱਚ ਕਿ ਕੈਪਟਨ ਸਾਹਿਬ ਸਾਡੀ ਆਵਾਜ਼ ਸੁਣਨਗੇ, ਅਤੇ ਜਿਹੜਾ ਸਾਡਾ ਰਾਈਟ ਹੈ, ਸਾਨੂੰ ਜਿਹੜਾ ਹੱਕ ਹੈ ਸਾਡਾ, ਸਾਨੂੰ ਉਹ ਮਿਲਣਾ ਚਾਹੀਦਾ।
ਕੱਲ ਮੋਗੇ ਵਿੱਚ ਮੈਂ ਇੱਕ ਬੜਾ ਸੌਖਾ ਜਿਹਾ ਸਵਾਲ ਕੀਤਾ। ਮੈਂ ਕਿਹਾ ਜਿਹੜੇ ਤੁਹਾਡੇ ਆਰਬੀਟ੍ਰੇਟਰਸ ਜਾਂ ਐਸਡੀਐਮਸ ਅਵਾਰਡ ਕਰ ਰਹੇ ਆ, ਜਦੋਂ ਦੋ ਭਰਾਵਾਂ ਦੀ ਲੜਾਈ ਹੋ ਜਾਂਦੀ ਆ ਆਪਾਂ ਕੀ ਕਹਿੰਦੇ ਆ, ਕੋਈ ਦੇਣ ਲੈਣਾ ਪੈਸਿਆਂ ਦਾ, ਕੋਈ ਦੇਣ ਲੈਣਾ, ਆਪਾਂ ਕੀ ਕਹਿੰਦੇ ਆ, ਆਪਾਂ ਕਹਿੰਦੇ ਆ ਯਾਰ ਤੂੰ ਦੇਣੇ ਆ, ਤੇ ਉਹ ਕਹਿੰਦਾ ਮੈਂ ਲਏ ਨਹੀਂ, ਤੇ ਆਪਾਂ ਕਹਿੰਦੇ ਗੁਰਦੁਆਰੇ ਮੰਦਰ ਚੜ੍ਹ ਜਾ ਤੇ ਛੱਡ ਦਿਓ ਜੀ ਸਾਰਾ। ਮੈਂ ਕਿਹਾ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਅਸੀਂ ਰੇਟ ਸਹੀ ਪਾ ਰਹੇ ਹਾਂ, ਤੁਹਾਡੇ ਅਫਸਰ ਗੁਰਦੁਆਰੇ ਜਾਂ ਮੰਦਰ ਚੜ੍ਹ ਜਾਣ ਤੇ ਅਸੀਂ ਛੱਡ ਦਾਂਗੇ, ਜੋ ਸਾਨੂੰ ਮਿਲ ਜੂ ਅਸੀਂ ਲੈ ਕੇ ਘਰਾਂ ਨੂੰ ਚਲੇ ਜਾਵਾਂਗੇ। ਜੇ ਇਹਨੇ ਸੱਚੇ ਆ, ਲੜਾਈ ਹੈ ਮਾਰਕੀਟ ਰੇਟ। ਅਸੀਂ ਕਹਿੰਦੇ ਸਾਡੀ ਜ਼ਮੀਨ ਦਾ ਮੁੱਲ ਜਿਹੜਾ ਹੈਗਾ 25 ਲੱਖ ਰੁਪਈਆ, ਇਹ ਕਹਿੰਦੇ ਨਹੀਂ ਜੀ ਤੁਹਾਡੀ ਜ਼ਮੀਨ ਦਾ ਮੁੱਲ ਹੈਗਾ 12 ਲੱਖ ਰੁਪਇਆ, 13 ਲੱਖ ਰੁਪਇਆ, 15 ਲੱਖ ਰੁਪਈਆ। ਤੇ ਮੈਂ ਕਿਹਾ ਤਾਂ ਕੋਈ ਔਖਾ ਫੈਸਲਾ ਹੀ ਨਹੀਂ ਹੈਗਾ, ਸਾਡੀ ਲੜਾਈ ਕਿਸ ਗੱਲ ਦੀ ਆ। ਚਲੋ ਪੈਮਾਨਾ ਲਾ ਲੈਂਦੇ ਆ, ਤੂੰ ਕਿਸੇ ਬੰਦੇ ਨੂੰ ਜ਼ਮੀਨ ਦਾ ਰੇਟ ਪੁੱਛ ਲਓ ਪੰਜਾਬ ਦੀ ਦਾ, ਤੇ ਮੈਨੂੰ ਲੱਗਦਾ ਤੁਸੀਂ ਇੱਥੇ ਖੜੇ ਹੀ ਦੱਸ ਦੋਗੇ ਬਾਈ ਜੀ। ਤੇ ਇਹਨਾਂ ਦੇ ਅਫਸਰਾਂ ਨੂੰ ਨਹੀਂ ਪਤਾ, ਉੱਥੇ ਧੱਕੇਸ਼ਾਹੀ। ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਹੈ ਕਿ ਜਿਹੜਾ ਅਸੀਂ ਕਿਸਾਨਾਂ ਨੂੰ ਰੇਟ ਦੇ ਰਹੇ ਹਾਂ ਬਹੁਤ ਜ਼ਿਆਦਾ ਦੇ ਰਹੇ ਹਾਂ, ਅਸੀਂ ਜੀ ਇਹਨਾਂ ਨੂੰ 50 ਲੱਖ ਰੁਪਇਆ ਦੇ ਰਹੇ ਹਾਂ। ਬੜਾ ਸੋਹਣਾ ਲੱਗਦਾ ਜਦੋਂ ਮੈਂ ਸੁਣਦਾ ਗੱਲ ਵੀ ਬੜੀ ਵੱਡੀ ਅਫਵਾਹ ਫੈਲਾਈ ਜਾ ਰਹੀ ਹੈ। 50 ਲੱਖ ਤੁਸੀਂ ਕੀ ਦੇ ਰਹੇ ਹੋ ਸਾਨੂੰ, ਕੋਈ ਭੀਖ ਥੋੜੀ ਦੇ ਰਹੇ ਹੋ, ਸਾਡੇ ਹੱਕ ਦੇ ਰਹੇ ਹੋ। ਹੱਕ ਕੀ ਹੈ ਸਾਡਾ? 25 ਲੱਖ ਰੁਪਇਆ ਰੇਟ ਹੈ, ਮਲਟੀਪਲਾਈ ਫੈਕਟਰ 2 ਹੈ, 2 ਦਾ ਮਲਟੀਪਲਾਈ ਫੈਕਟਰ ਲੱਗ ਗਿਆ 50 ਹੋ ਗਿਆ, 100% ਸਲੇਸ਼ੀ ਮੈਂ ਕਰੋੜ ਰੁਪਈਆ ਬਣਦਾ। ਇਹ ਤਾਂ ਕਾਨੂੰਨ ਕਹਿੰਦਾ, ਇਹ ਕਾਨੂੰਨ ਬਣਿਆ ਹੋਇਆ, ਅਸੀਂ ਕਾਨੂੰਨ ਦੇ ਹਿਸਾਬ ਨਾਲ ਮੰਗ ਰਹੇ ਹਾਂ। ਹੁਣ ਜੇ ਅਸੀਂ ਲੋਕਾਂ ਨੂੰ ਆਪਣੀਆਂ ਤਕਲੀਫਾਂ ਦੱਸਣ ਲੱਗ ਜਾਂਦੇ ਹਾਂ, ਤਕਲੀਫ ਉਹਨੂੰ ਪਤਾ ਜੀ ਜ਼ਮੀਨ ਜਾਂਦੀ ਹੈ, ਹਰੇਕ ਬੰਦਾ ਨਹੀਂ ਸਮਝ ਸਕਦਾ। ਜੇ ਅਸੀਂ ਕਹਿੰਦੇ ਹਾਂ ਕਿ ਸਾਡੀਆਂ ਜ਼ਮੀਨਾਂ 2 ਫਾੜ ਹੋ ਰਹੀਆਂ, ਯਾਰ ਸਾਡੀ ਸਾਰੀ ਜ਼ਿੰਦਗੀ ਲਈ ਅਸੀਂ ਇੱਕ ਖੇਤ ਤੋਂ ਦੂਜੇ ਖੇਤ ਜਾਵਾਂਗੇ, ਐਂ ਜਾਵਾਂਗੇ ਜਿਵੇਂ ਸਾਡੀ ਜ਼ਮੀਨ 2 ਪਿੰਡਾਂ 'ਚ ਹੋ ਗਈ, ਇੱਕ ਪਿੰਡ ਅਲੱਗ ਹੋ ਗਿਆ, ਕਿੱਥੇ ਤਾਂ ਇੱਕ ਪਿੰਡ ਦੀ ਜ਼ਮੀਨ ਹੈ, ਕਿਤੇ 2 ਪਾਸੇ ਵੰਡੀ ਗਈ। ਅਸੀਂ ਇਹ ਸੜਕ ਦੇ ਉੱਪਰੋਂ ਆਪਦੇ ਦੂਜੇ ਖੇਤ 'ਚ ਨਹੀਂ ਜਾ ਸਕਦੇ, ਕਿੱਡਾ ਵੱਡਾ ਦੁਖਾਂਤ ਹੋਊ ਸਾਡੇ ਲਈ। ਉਸ ਤੋਂ ਬਾਅਦ ਜਦੋਂ ਅਸੀਂ ਅਫਸਰਾਂ ਕੋਲ ਜਾਂਦੇ ਹਾਂ, ਸਾਨੂੰ ਅਫਸਰ ਕਹਿੰਦੇ ਆ ਕਿ ਤੁਹਾਨੂੰ ਜੀ ਅਸੀਂ ਰਸਤਾ ਸਰਵਿਸ ਲੇਨ ਨਹੀਂ ਦੇ ਸਕਦੇ। ਮੈਂ ਕਿਹਾ ਜੀ ਕਿਉਂ? ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹੋ, ਤੁਸੀਂ ਕਹਿੰਦੇ ਹੋ ਕਿ ਜੀ ਆਹ ਸੜਕ ਨਿਕਲੂਗੀ ਡਿਵੈਲਪਮੈਂਟ ਹੋਊਗੀ। ਲੱਖਾਂ ਕਿਸਾਨ 25,000 ਏਕੜ ਸਾਡੇ ਪੰਜਾਬ ਦਾ ਜਾ ਰਿਹਾ ਜੀ, ਉਹਨਾਂ ਦੀ ਕਿਹੜੀ ਡਿਵੈਲਪਮੈਂਟ ਦੇ ਬਾਰੇ ਤੁਸੀਂ ਸੋਚ ਰਹੇ ਹੋ? ਉਹਨਾਂ ਨੂੰ ਪਹੇ ਦੇਣਗੇ, ਕਹਿੰਦੇ ਪਹੇ, ਕੱਚੇ ਪਹੇ, ਤੇ ਲੜਾਈ ਲੜੀਏ ਨਾ, ਫਿਰ ਬਣਦੀ ਆ। ਜਿਹੜਾ 25,000 ਏਕੜ ਜਿਹੜਾ ਹੈ ਕਿੱਲੇ ਦੀ ਗੱਲ ਕਰਦੇ ਹੋ ਤੁਸੀਂ, ਰੋਡ ਲੰਘਣਾ, ਹੁਣ 25,000 ਏਕੜ ਦੇ ਵਿੱਚੋਂ ਕਿੰਨੇ ਕੁ ਕਿਸਾਨ ਆ ਜਿਹੜੇ ਆਪਣੀ ਜ਼ਮੀਨ ਛੱਡਣ ਨੂੰ ਤਿਆਰ ਆ, ਮਤਲਬ ਕਿ ਵੇਚਣ ਨੂੰ ਤਿਆਰ? 25,000 ਕਿੱਲੇ ਦੇ ਵਿੱਚੋਂ ਕਿੰਨਾ? ਮੈਂ ਸੱਚਾਈ ਦੱਸਾਂ, ਵੇਚਣ ਨੂੰ ਕੋਈ ਤਿਆਰ ਨਹੀਂਗਾ, ਪਰ ਕਾਨੂੰਨ ਇਹੋ ਜਿਹਾ ਸਕੰਜਾ ਕੱਸ ਰਿਹਾ ਸਾਡੇ ਤੇ। ਜੇ ਅਸੀਂ ਕੋਰਟ ਦੇ ਵਿੱਚ ਚਲੇ ਜਾਂਦੇ ਹਾਂ, ਸਾਡੀ ਜ਼ਮੀਨ ਵੀ ਚਲੀ ਜਾਊਗੀ, ਸਾਨੂੰ ਮੁਆਵਜ਼ਾ ਵੀ ਨਹੀਂ ਮਿਲਣਾ, ਪੈਸੇ ਵੀ ਨਹੀਂ ਮਿਲਣੇ। ਇਸ ਤੋਂ ਵੱਡਾ ਦੁਖਾਂਤ ਜੇ ਮੈਂ ਦੱਸੂਗਾ, ਕਿਉਂਕਿ ਤੁਹਾਡਾ ਬੜਾ ਫੇਮਸ ਚੈਨਲ ਆ, ਬੜੀ ਦੂਰ ਤੱਕ ਆਵਾਜ਼ ਜਾਊਗੀ। ਸਾਡੀਆਂ ਜ਼ਮੀਨਾਂ ਦੇ ਉੱਤੇ ਪਹਿਲਾਂ ਹੀ ਨੋਟ ਲੱਗ ਚੁੱਕੇ ਆ, ਰੈੱਡ ਨੋਟ ਲਿਖਿਆ ਚੁੱਕਿਆ ਕਿ ਜਿਹੜੀ ਇਹ ਜ਼ਮੀਨ ਹੈ ਸਰਕਾਰ ਦੀ ਹੋ ਚੁੱਕੀ ਆ, ਪੈਸੇ ਨਹੀਂ ਮਿਲੇ ਸਾਨੂੰ ਹਜੇ, ਸਰਕਾਰ ਦੀ ਹੋ ਚੁੱਕੀ ਹੈ। ਹੁਣ ਸਾਡੀਆਂ ਕੁਝ ਪਲਾਨਸ ਹੈ, ਮੇਰੀ ਪਲਾਨ ਹੈ ਕਿ ਮੈਂ ਉਹਦੇ ਬੇਟੇ ਨੂੰ ਬਾਹਰ ਭੇਜਣਾ, ਮੇਰੇ ਕੋਲ ਕੋਈ ਨੌਕਰੀ ਤਾਂ ਹੈ ਨਹੀਂ, ਮੈਂ ਕੀ ਕਰੂੰਗਾ? ਮੈਂ ਆਪਦੀ ਫਰਦ ਕਢਾਊਂਗਾ, ਉਹ 'ਤੇ ਲੋਨ ਲਊਂਗਾ ਤੇ ਆਪਦੇ ਬੱਚੇ ਨੂੰ ਬਾਹਰ ਭੇਜ ਦੂੰਗਾ। ਜਦੋਂ ਬਜ਼ੁਰਗ ਉਹ ਫਰਦ ਕਢਾਉਂਦੇ ਤੇ ਉਹ ਕਹਿੰਦੇ ਯਾਰ ਤੇਰੇ ਤੇ ਤਾਂ ਤੇਰੀ ਤਾਂ ਜ਼ਮੀਨ ਹੀ ਹੈ ਨਹੀਂਗੀ, ਤੈਨੂੰ ਲੋਨ ਨਹੀਂ ਮਿਲਣਾ। ਕਿਸੇ ਦਾ ਹਾਰਟ ਫੇਲ ਹੋ ਸਕਦਾ, ਉਹਨੂੰ ਪਤਾ ਹੈ ਨਹੀਂ, ਨੋਟ ਚੜ੍ਹ ਗਿਆ, ਉਹ ਬਜ਼ੁਰਗ ਟੈਨਸ਼ਨ 'ਚ ਆ ਜਾਂਦੇ ਆ। ਬੜੇ ਸਾਡੇ ਕੋਲ ਫੋਨ ਆਉਂਦੇ ਆ ਵੀ ਜੀ ਕਾਕਾ ਅਸੀਂ ਲੋਨ ਨਹੀਂ, ਮੈਂ ਕਿਹਾ ਨਹੀਂ ਲੈ ਸਕਦੇ ਬਜ਼ੁਰਗੋ, ਇਹ ਸਰਕਾਰ ਦੀਆਂ ਨੀਤੀਆਂ। ਤੇ ਉਹਨਾਂ ਕੋਲੇ ਮਜਬੂਰੀ ਹੱਥ ਇਹੀ ਬਣ ਜਾਂਦਾ ਹੈ ਕਿ ਵੀ ਹੁਣ ਫੈਸਲਾ ਕਰੋ ਸਰਕਾਰ। ਮਤਲਬ ਕਿ ਤੁਹਾਡੀ ਜਿਹੜੀ ਜ਼ਮੀਨ ਆ ਆਟੋਮੈਟਿਕਲੀ ਜਿਹੜੀ ਤੁਸੀਂ ਕਹਿੰਦੇ ਹੋ ਆਪਾਂ ਵੀ ਜਿਹੜਾ ਹੈਗਾ ਉਹ ਆਪਾਂ ਸਰਕਾਰ ਦੇ ਜਾਂ ਸੌਰੀ ਉਹ ਕੰਪਨੀਆਂ ਦੇ ਨਾਂ ਬੋਲਣ ਲੱਗ ਗਏ। ਹਾਂ, ਉਹ ਚੜ੍ਹ ਚੁੱਕੀ ਹੈ, ਚੜ੍ਹ ਚੁੱਕੀ ਹੈ। ਤੁਸੀਂ ਉਹ 'ਤੇ ਲੋਨ ਨਹੀਂ ਲੈ ਸਕਦੇ, ਤੁਸੀਂ ਉਹ ਜ਼ਮੀਨ ਵੇਚ ਨਹੀਂ ਸਕਦੇ, ਤੁਸੀਂ ਉਹ ਗਹਿਣੇ ਨਹੀਂ ਧਰ ਸਕਦੇ। ਉਹਦੇ ਨਾਲ ਇਕੱਲੀ ਉਹ ਜ਼ਮੀਨ ਨਹੀਂ ਜਿਹਦੇ ਵਿੱਚ ਸੜਕ ਨਿਕਲਣੀ ਹੈ, ਉਹ ਖੇਪਟ ਦੇ ਨਾਂ 'ਤੇ ਹੈ। ਉਹਦੇ 'ਚ 8 ਕਿੱਲੇ ਆ, 8 ਕਿੱਲੇ ਹੀ ਤੁਹਾਡੇ ਰੁਕ ਗਏ, ਕੋਈ ਕਾਗਜ਼ ਤੁਸੀਂ ਉੱਥੇ ਯੂਜ਼ ਨਹੀਂ ਕਰ ਸਕਦੇ। ਉੱਥੇ ਮਜਬੂਰੀ 'ਚ ਕਿਸਾਨ ਮਹੀਨਾ ਕੱਢ ਲੂ, 2 ਮਹੀਨੇ ਕੱਢ ਲੂ, ਤੇ ਬੱਚੇ ਪਿੱਛੋਂ ਫਿਰ ਜ਼ੋਰ ਲਾਉਂਦੇ ਕਿ ਅਸੀਂ ਬਾਹਰ ਜਾਣਾ ਡੈਡੀ ਸਾਨੂੰ, ਤਾਂ ਤੁਸੀਂ ਉਹਨਾਂ ਦਾ ਕੈਰੀਅਰ ਹੈ। ਤੇ ਜਿਹੜਾ ਲਗਾਤਾਰ ਆਪਾਂ ਕਿਹਾ ਜਾ ਰਿਹਾ ਸੀ ਕਿ ਜਿਹੜੇ ਅਫਸਰ ਆ, ਚਾਹੇ ਉਹ ਪਟਵਾਰੀ ਆ, ਚਾਹੇ ਕਾਨੂੰਗੋ ਆ, ਚਾਹੇ ਤਹਿਸੀਲਦਾਰ ਆ, ਚਾਹੇ ਐਸਡੀਐਮ ਆ, ਚਾਹੇ ਉਦੋਂ ਵੱਡੇ ਅਫਸਰ ਆ, ਇਹ ਵੀ ਜਿਹੜਾ ਹੈਗਾ ਬੜਾ ਜ਼ੋਰ ਲਾ ਰਿਹਾ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਮਾਮਲਾ ਨਿਪਟੇ ਤਾਂ ਕਿ ਉਹਨਾਂ ਦੀ ਵੱਡੀ ਜਿਹੜੀ ਜੇਬ 'ਚ ਆਵੇ। ਐਕਚੁਅਲ ਦੇ ਵਿੱਚ ਜਿੰਨਾ ਕੁ ਮੇਰਾ ਨਿੱਜੀ ਤਜਰਬਾ ਹੈ, ਇਹ ਇੱਕ ਰੋਡ ਮਾਫੀਆ, ਜਿੰਨੇ ਵੀ ਤੁਸੀਂ ਨਾਂ ਲਏ ਹੈ ਨਾ, ਇੱਕ ਰੋਡ ਮਾਫੀਆ ਤੇ ਉਹਦਾ ਇੱਕ ਪਾਰਟ ਹੈ। ਅਸੀਂ ਕਿਸੇ ਅਫਸਰ ਕੋਲ ਚਲੇ ਗਏ, ਅਸੀਂ ਕਿਸੇ ਮੰਤਰੀ ਕੋਲ ਚਲੇ ਗਏ, ਹਰੇਕ ਦਾ ਇੱਕੋ ਹੀ ਜਵਾਬ ਸੀਗਾ ਕਿ ਜੀ ਤੁਸੀਂ ਇੰਨੇ ਕੁ ਪੈਸੇ ਲੈ ਲਓ ਤੇ ਫਿਰ ਅੱਗੇ ਆਰਬੀਟ੍ਰੇਟਰ ਹੈਗਾ। ਮੈਂ ਬੜੀ ਤਲਾਸ਼ ਕੀਤੀ, ਬੜੀ ਖੋਜ ਕੀਤੀ ਕਿ ਇਹ ਕਿਹੜੀ ਪੋਸਟ ਹੈ ਜਿਹੜੀ ਮੁੱਖ ਮੰਤਰੀ ਤੋਂ ਵੱਡੀ ਆ, ਕਿ ਜਿਹੜੀ ਸਾਡੀ ਪੰਜਾਬ ਸਰਕਾਰ ਜਿਨ੍ਹਾਂ ਨੂੰ ਅਸੀਂ ਨੁਮਾਇੰਦਿਆਂ ਨੂੰ ਚੁਣ ਕੇ ਅੱਗੇ ਬਿਠਾਇਆ, ਤੇ ਇੱਕ ਇਹ ਕਿਹੜੀ ਨਵੀਂ ਪੋਸਟ ਆ ਗਈ ਕਿ ਜਿਹੜਾ ਉਹ ਫੈਸਲਾ ਕਰ ਸਕਦੇ ਤੇ ਸਰਕਾਰ ਨਹੀਂ ਕਰ ਸਕਦੀ। ਤੇ ਫਿਰ ਰੋਂਗਟੇ ਖੜੇ ਹੋ ਗਏ ਜਦੋਂ ਮੈਂ ਸੋਚਿਆ, ਮੈਂ ਹਿਸਾਬ ਲਾਇਆ, ਮੈਂ ਕਿਹਾ ਜੀ 25,000 ਏਕੜ
ਸਾਡਾ ਜਿਹੜਾ ਹੈਗਾ ਸਰਪਲਸ ਹੋ ਰਿਹਾ ਜਾ ਰਿਹਾ ਹੈ। 25,000 ਏਕੜ ਦੇ ਜਦੋਂ ਕੇਸ ਆਰਬੀਟ੍ਰੇਟਰ ਕੋਲੇ ਜਾਣਗੇ, ਇਸ ਤੋਂ ਪਹਿਲਾਂ ਵੀ ਇਤਿਹਾਸ ਹੈ। ਹੁਣ ਪ੍ਰੈਸ ਤੇ ਕਹੂੰਗਾ ਸਬੂਤ ਵੀ ਮੰਗ ਲੈਂਦੇ ਆ ਵੀ ਤੂੰ ਇਹ ਗੱਲ ਕਹਿੰਦਾ ਸਬੂਤ ਕੀ ਹੈ, ਸਬੂਤ ਤਾਂ ਪਬਲਿਕ ਹੈ। ਜਦੋਂ ਅਸੀਂ ਪਬਲਿਕ ਦੇ ਵਿੱਚ ਗਏ, ਕਹਿੰਦੇ ਜਦੋਂ ਅਸੀਂ ਆਰਬੀਟ੍ਰੇਟਰ ਕੋਲੇ ਗਏ ਤੇ ਬੜੇ ਔਖੇ ਹੋਏ ਆ, ਬੜੇ ਵਿੱਚ ਉਹਦੇ ਦਲਾਲ ਕਿਸੇ ਵੀ ਕੈਟਾਗਰੀ ਦੇ ਹੋ ਸਕਦੇ ਉਹ ਪੈ ਗਏ। ਉਹ ਪੈਣ ਤੋਂ ਬਾਅਦ ਜ਼ਿਮੀਦਾਰ ਭੋਲੇ ਹੁੰਦੇ, ਨਹੀਂ ਪਤਾ ਹੁੰਦਾ 15% 20% ਜਿਹੋ ਜੀ ਪਰਸੈਂਟੇਜ ਦੇ ਨਾਲ ਉਹਨਾਂ ਦੇ ਕੋਈ ਫੈਸਲੇ ਹੋਏ ਆ। ਇਹ ਇਤਿਹਾਸ ਹੈ। ਜੇ ਕਿਤੇ ਖੋਜ ਕਰੋਗੇ, ਕਿਸਾਨਾਂ ਕੋਲ ਜਾਓਗੇ ਤਾਂ ਤੁਹਾਨੂੰ ਇਹ ਬਿਲਕੁਲ ਰਿਜ਼ਲਟ ਮਿਲੂਗਾ। ਜੇ 25,000 ਏਕੜ ਤੇ ਇੱਕ ਆਪਾਂ ਕਹਿੰਦੇ ਆਰਬੀਟ੍ਰੇਟਰ ਜੇ 20 ਲੱਖ ਰੁਪਇਆ ਵੀ ਵਧਾਉਂਦਾ ਤੇ 15 ਦੇ ਹਿਸਾਬ ਨਾਲ ਤੁਸੀਂ ਗੁਣਾ ਕਰ ਲਿਓ, ਜਿਹੜਾ ਕੈਲਕੂਲੇਟਰ ਉਹ ਵੀ ਜਵਾਬ ਦੇਗੇ। ਇਹ ਸਾਰੀ ਸਰਚ ਕੀਤੀ ਆ ਮੈਂ ਵੀ ਪ੍ਰੋਬਲਮ ਇਹ ਆਰਬੀਟ੍ਰੇਟਰ ਕੀ ਚੀਜ਼ ਆ। ਆਰਬੀਟ੍ਰੇਟਰ ਇੱਕ ਪਲੈਨਡ ਇੱਕ ਪੋਸਟ ਬਣਾਤੀ ਇਹਨਾਂ ਨੇ ਕਿ ਜਿਹਨੇ ਸਾਨੂੰ ਲੁੱਟਣਾ ਹੈ। ਸਾਡੀ ਲੜਾਈ ਹੈ, ਕਿਸਾਨਾਂ ਦੇ ਨਾਲ ਖੜੇ ਆ ਕਿ ਅਸੀਂ ਐਂਡ ਤੱਕ ਲੜਾਂਗੇ, ਇਹ ਲੁੱਟ ਤੋਂ ਬਚਾਉਣੇ ਆ। ਅਸੀਂ ਕਿਸਾਨ ਪਹਿਲਾਂ ਲੁੱਟੇ ਗਏ ਆ ਸੇਮ ਪੋਜੀਸ਼ਨ ਦੇ ਵਿੱਚ, ਤੇ ਜਿਹੜਾ ਜੇ ਲੁੱਟ ਤੋਂ ਸਾਡੇ ਕਿਸਾਨ ਬਚ ਗਏ ਤੇ ਸਾਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੜਨਾ ਆ ਜਾਊਗਾ। ਤੁਸੀਂ ਜਿਹੜਾ ਹੈਗਾ ਦਿੱਲੀ ਵੀ ਜਿਹੜਾ ਹੈਗਾ ਧਰਨਾ ਲਾਇਆ, ਤੁਸੀਂ ਪੰਜਾਬ ਦੇ ਕੋਆਰਡੀਨੇਟਰ ਹੋ, ਬਾਕੀ ਸਟੇਟਾਂ 'ਚ ਵੀ ਲੜਾਈ ਹੋ ਰਹੀ ਹੈ ਜਾਂ ਬਾਕੀ ਉਹਨਾਂ ਨੇ ਦੇਤੀ ਆਪਣੀ ਜ਼ਮੀਨ? ਦੇਖੋ, ਮੈਂ ਜਿੰਨਾ ਕੁ ਇਤਿਹਾਸ ਦੇਖਦਾ, ਇਹ ਲੜਾਈ ਤਾਂ ਪੰਜਾਬ ਤੋਂ ਸ਼ੁਰੂ ਹੁੰਦੀ ਆ। ਉਹ ਸਾਡੇ ਵੱਲ ਹੀ ਦੇਖਦੇ ਆ। ਜਿਵੇਂ ਸਾਡੇ ਰਾਜਸਥਾਨ ਦੇ ਵਿੱਚ ਹੈਗੇ ਆ, ਉਹ ਕਿਸਾਨ ਵੀ ਸਾਡੇ ਵੱਲ ਦੇਖ ਰਹੇ ਆ, ਹਰਿਆਣੇ ਵਾਲੇ ਕਿਸਾਨ ਵੀ ਸਾਡੇ ਵੱਲ ਦੇਖ ਰਹੇ ਆ, ਤੇ ਹਿਮਾਚਲ ਵਾਲੇ ਵੀ ਸਾਡੇ ਵੱਲ ਦੇਖ ਰਹੇ ਆ। ਇਹ ਸਾਰੇ ਜਿਹੜੀਆਂ ਸਟੇਟਸ ਆ, ਇਹਨਾਂ ਸਾਰਿਆਂ ਦੀ ਜ਼ਮੀਨ ਆਉਣੀ ਆ ਤੇ ਉੱਥੇ ਬੜੀ ਕੁੱਟਮਾਰ ਹੋ ਰਹੀ ਆ ਕਿਸਾਨਾਂ ਦੀ। ਮੈਂ ਰੋਜ਼ ਦੇਖਦਾ, ਰਾਜਸਥਾਨ ਹੈ, ਉਹ ਵਿਚਾਰੀਆਂ ਲੇਡੀਜ਼ ਨੂੰ ਵੀ ਕੁੱਟ ਰਹੇ ਆ। ਉਹ ਕਹਿੰਦੇ ਵੀ ਸਾਨੂੰ ਅਜੇ ਪੈਸੇ ਵੀ ਨਹੀਂ ਮਿਲੇ ਜ਼ਬਰਦਸਤੀ। ਤੇ ਪਰ ਸਾਡੇ ਪੰਜਾਬ ਦੇ ਵਿੱਚ ਇਹਨਾਂ ਨੂੰ ਉਮੀਦ ਨਹੀਂ ਸੀ। ਮੈਂ ਧੰਨਵਾਦ ਕਰੂੰਗਾ ਵੱਡੇ ਜਥੇਬੰਦੀਆਂ ਦਾ, ਤੁਹਾਡੇ ਚੈਨਲ ਵੱਲੋਂ। ਸ਼ਾਇਦ ਇਸ ਤੋਂ ਪਹਿਲਾਂ ਮੈਨੂੰ ਵੀ ਲੜਾਈ ਲੜਨੀ ਨਹੀਂ ਆਉਂਦੀ ਸੀ। ਮੈਂ ਵੀ ਟੈਲੀਵਿਜ਼ਨ ਤੇ ਦੇਖ ਰਿਹਾ ਸੀਗਾ ਜਦੋਂ ਬੈਰੀਗੇਡ ਸਾਡਾ ਯੂਥ ਤੋੜ ਰਿਹਾ ਸੀਗਾ, ਦਿੱਲੀ ਵਾਲੇ ਸੈਂਟਰ ਨਾਲ ਟਕਰਾਅ ਹੋਇਆ, ਤੇ ਮੈਂ ਬਦਕਿਸਮਤ ਹਾਂ ਕਿ ਮੈਂ ਨਹੀਂ ਉੱਥੇ ਗਿਆ। ਮੈਂ ਵੀ ਸ਼ਾਇਦ ਆਪਣੇ ਪਰਿਵਾਰ ਦੇ ਕਹਿਣੇ 'ਚ ਆ ਗਿਆ ਹੋਊਗਾ ਵੀ ਨਹੀਂ ਕਾਕਾ ਉੱਥੇ ਐ ਹੋ ਜਾਊਗਾ। ਪਰ ਜਦੋਂ ਅਸੀਂ ਉਹ ਲੜਾਈ ਦੇਖੀ ਤਾਂ ਸਾਨੂੰ ਇਹ ਲੱਗਣ ਲੱਗ ਗਿਆ ਯਾਰ ਪੰਜਾਬੀ ਲੜ ਸਕਦੇ ਆ। ਉਸ ਤੋਂ ਬਾਅਦ ਇੱਕ ਜਿਵੇਂ ਕਹਿੰਦੇ ਨਵਾਂ ਰਸਤਾ ਅਡਾਪਟ ਕੀਤਾ, ਤੇ ਪੰਜਾਬ ਸਰਕਾਰ ਨੂੰ ਉਮੀਦ ਹੀ ਨਹੀਂ ਸੀ ਵੀ ਇਹ ਇੰਨਾ 25,000 ਕਿਸਾਨ ਇੱਕ ਪਲੇਟਫਾਰਮ ਤੇ ਇਕੱਠਾ ਹੋ ਜਾਊਗਾ 7 ਮਹੀਨਿਆਂ 'ਚ। ਜਿਹੜਾ ਹੁਣ ਤੁਸੀਂ ਜਿਹੜਾ ਹੈਗਾ ਤੁਸੀਂ ਇਕੱਠੇ ਵੀ ਹੋ ਗਿਆ ਮੋਤੀ ਮਹਿਲ ਦਾ ਘਰਾਓ, ਚਾਹੇ ਆਪਾਂ ਕਹੇ ਜਿਹੜਾ ਕੱਲ ਤੁਸੀਂ ਤਾਲਾ ਮਾਰਤਾ ਆਪਾਂ ਕਹੇ ਡੀਸੀ ਦਫ਼ਤਰ ਮੋਗਾ ਨੂੰ, ਤੇ ਹੁਣ ਜਿਹੜਾ ਹੈਗਾ ਤੁਹਾਡਾ ਬਠਿੰਡੇ ਆਉਣ ਦਾ ਕਾਰਨ ਕੀ ਹੈ ਤੇ ਇਹ ਤੋਂ ਬਾਅਦ ਦੀਆਂ ਕੀ ਪਲੈਨਿੰਗ ਆ? ਦੇਖੋ, ਜਦੋਂ ਅਸੀਂ ਲੜਾਈ ਲੜ ਰਹੇ ਸੀਗੇ, ਸਾਡਾ ਧਰਨਾ ਚੱਲ ਰਿਹਾ, ਸਰਕਾਰ ਨੇ ਕੋਈ ਫੈਸਲਾ ਨਹੀਂ ਕੀਤਾ। ਇਨ ਬਿਟਵੀਨ ਉਹਨੇ ਕੀ ਕੀਤਾ, ਕਪੂਰਥਲਾ, ਤਰਨਤਾਰਨ, ਗੁਰਦਾਸਪੁਰ, ਅੰਮ੍ਰਿਤਸਰ ਤੇ ਜਲੰਧਰ ਦੇ ਅਵਾਰਡ ਕਰਤੇ। ਅਸੀਂ ਲੜਾਈ ਲੜ ਰਹੇ ਹਾਂ, ਅਸੀਂ ਮੋਰਚੇ 'ਚ ਬੈਠੇ ਹਾਂ, ਅਸੀਂ ਜਥੇਬੰਦੀ ਨੂੰ ਨਾਲ ਲਈ ਬੈਠੇ ਹਾਂ, ਬੜੇ ਸ਼ਾਂਤੀਪੂਰਵਕ ਢੰਗ ਨਾਲ ਇਹਨਾਂ ਨੇ ਅਵਾਰਡ ਕਰਨੇ ਸ਼ੁਰੂ ਕਰਤੇ। ਤੇ ਜਦੋਂ ਮੈਂ ਉੱਥੇ ਦੇਖਿਆ, ਜਦੋਂ ਕਹਿੰਦੇ ਜਦੋਂ ਕਿਸ਼ਤੀ ਡੁੱਬਣ ਲੱਗਦੀ ਹੈ, ਜਦੋਂ ਡੁੱਬ ਜਾਂਦੇ ਆ ਉਹਨਾਂ ਨੂੰ ਕੱਢਣਾ ਬਚਾਉਣਾ ਬਹੁਤ ਔਖਾ ਹੁੰਦਾ ਜਿਹੜੇ ਡੁੱਬ ਗਏ। ਤੇ ਮੈਂ ਨਿਗਾਹ ਮਾਰੀ ਯਾਰ ਵੀ ਮੇਰੇ 7-8 ਜ਼ਿਲ੍ਹੇ ਹਜੇ ਸੇਫ ਜ਼ੋਨ 'ਚ ਹੈ। ਮੈਂ ਨਾਲ ਦੀ ਨਾਲ ਉਸ ਦਿਨ ਦਾ ਘਰ ਨਹੀਂ ਗਿਆ, ਤਕਰੀਬਨ ਅੱਜ ਮੈਨੂੰ 6ਵਾਂ ਦਿਨ ਹੋ ਗਿਆ। ਬੈਗ ਮੇਰੀ ਗੱਡੀ 'ਚ ਹੁੰਦਾ, ਤੇ ਜਿੱਥੇ ਜਿੱਥੇ ਜ਼ਿਲ੍ਹੇ ਸਾਡੇ ਬਚ ਸਕਦੇ ਸੀ ਮੈਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ 'ਚ ਕੱਲ੍ਹ ਸਾਡਾ ਮੋਗਾ ਜਿਹੜਾ ਉਹ ਸੇਫ ਜ਼ੋਨ 'ਚ ਆ ਗਿਆ, ਤੇ ਬਠਿੰਡਾ ਵੀ ਆਲਮੋਸਟ ਥੋੜ੍ਹਾ ਜਿਹਾ ਸੇਫ ਜ਼ੋਨ 'ਚ ਹੈ। ਹਜੇ ਸਾਡੀ ਜੱਦੋਜਹਿਦ ਚੱਲ ਰਹੀ ਹੈ, ਲੜਾਈ ਚੱਲ ਰਹੀ ਹੈ। ਮਹਾਰਾਜ ਕਿਰਪਾ ਕਰਨ ਤੇ ਇਹਨਾਂ ਨੂੰ ਵੀ ਸੇਫ ਜ਼ੋਨ 'ਚ ਕਰ ਲਾਂਗੇ। ਇਹ ਲਾਸਟ ਕੁਐਸਚਨ, ਕੀ ਮੰਨਦੇ ਹੋ ਕਿ ਜਿਹੜਾ ਹੈਗਾ ਤੁਹਾਡਾ ਜਿਹੜਾ ਸੈਂਟਰ ਸਰਕਾਰ ਤੇ ਜਿਹੜਾ ਹੈਗਾ ਪੰਜਾਬ ਸਰਕਾਰ ਬਰਾਬਰ ਨੁਕਸਾਨ ਕਰ ਰਹੀ ਹੈ ਜਾਂ ਕੋਈ ਫਾਇਦਾ ਕਰ ਰਿਹਾ ਦੋਨਾਂ 'ਚ? ਦੇਖੋ, ਉਹੀ ਰੋਡ ਮਾਫੀਆ ਉੱਪਰ ਤੋਂ ਲੈ ਕੇ ਥੱਲੇ ਤੱਕ, ਕਿਸਾਨਾਂ ਦਾ ਹਤੈਸ਼ੀ ਇਹਦੇ 'ਚ ਕੋਈ ਨਹੀਂ ਹੈਗਾ। ਇੱਕ ਛੋਟੀ ਜੀ ਗੱਲ ਹੈ, ਇਸ ਤੋਂ ਪਹਿਲਾਂ ਸੜਕਾਂ ਅਕਵਾਇਰ ਹੋਈਆਂ, ਇੱਕ ਕਮੇਟੀ ਗਠਨ ਹੋਈ, ਬੜੀ ਸੋਹਣੀ ਸੀ, 1.5 ਕਰੋੜ ਰੁਪਈਆ ਜ਼ਮੀਨਾਂ ਦਾ ਮਿਲਿਆ ਤੇ ਕੋਈ ਦਿੱਕਤ ਨਹੀਂ ਆਈ। ਲੋਕਾਂ ਨੇ ਬੜੀ ਖੁਸ਼ੀ ਨਾਲ ਆਪਦੀਆਂ ਜ਼ਮੀਨਾਂ ਵੀ ਬਣਾ ਲਈਆਂ, ਆਪਣੇ ਬੱਚੇ ਵੀ ਐਡਜਸਟ ਕਰ ਲਏ, ਜਾਇਦਾਦ ਸਭ ਕੁਝ ਹੋ ਗਿਆ, ਐਡਜਸਟਮੈਂਟ ਹੋ ਗਈ। ਇਹ ਕਿਸਾਨ ਭੋਲੇ ਲੋਕ ਉਸੇ ਚੱਕਰ 'ਚ ਬੈਠੇ ਰਹੇ। ਸਾਡਾ ਕੰਮ ਕੀ ਹੁੰਦਾ ਹੈ, ਵੋਟਾਂ ਆ ਗਈਆਂ, ਅਸੀਂ ਨੁਮਾਇੰਦੇ ਚੁਣ ਲਏ ਤੇ ਅਸੀਂ ਅੱਗੇ ਭੇਜ ਤੇ ਆਪਦੀ ਰਾਖੀ ਕਰਨ ਲਈ। ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਰਾਖਿਆ ਨੇ ਕਦੋਂ ਇੱਕ ਨਵਾਂ ਕਾਨੂੰਨ ਪਾਸ ਕਰਤਾ, ਕਿਸਾਨ ਮਾਰੂ। ਇਹ ਵੀ ਕਿਸਾਨ ਮਾਰੂ, ਉਹਦੇ ਨਾਲ ਹੀ ਦਿੱਲੀ ਨਾਲ ਕੋਰਿਲੇਟਡ ਹੋ ਜਾਊਗਾ। ਕਿਸਾਨ ਮਾਰੂ ਕਦੋਂ ਬਿੱਲ ਤਿਆਰ ਕਰਤਾ, ਸਾਨੂੰ ਭਿਣਕ ਨਹੀਂ ਆਉਣ ਦਿੱਤੀ। ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲਊਂਗਾ, ਸਾਰੀਆਂ ਇਨਵੋਲਡ ਹੈ, ਸਾਰੀਆਂ ਪਾਰਟੀਆਂ ਇਨਵੋਲਡ ਹੈ, ਕਾਂਗਰਸ ਵੀ ਇਨਵੋਲਡ ਹੈ, ਅਕਾਲੀ ਦਲ ਇਨਵੋਲਡ ਹੈ, ਝਾੜੂ ਵਾਲੇ ਇਨਵੋਲਡ ਹੈ। ਅਸੀਂ ਤਾਂ ਚੁਣ ਕੇ ਭੇਜਤੇ ਨਾ। ਸਾਡੇ ਹੱਕ ਦੇ ਵਿੱਚ ਤੁਸੀਂ ਸਾਡੀ ਅੱਜ ਆਵਾਜ਼ ਉਠਾਓਗੇ। ਕਈ ਵਾਰੀ ਚੈਨਲ ਸਾਡੀ ਕਰਕੇ ਚਲੇ ਜਾਂਦੇ ਆ, ਵਾਈਟ ਕਰਕੇ ਚਲੇ ਜਾਂਦੇ ਤੇ ਮੁੜ ਕੇ ਚੁੱਪ ਕਰ ਜਾਂਦੇ। 1 ਮਿੰਟ ਚੱਲਦੀ ਹੈ ਸਾਡੀ, 1 ਮਿੰਟ ਤੋਂ ਬਾਅਦ ਕਾਰਨ ਕੀ ਹੁੰਦਾ ਸਾਨੂੰ ਸਮਝ ਨਹੀਂ ਆਉਂਦੀ। ਵੱਡੇ ਵੱਡੇ ਚੈਨਲ, ਕੋਈ ਜਥੇਬੰਦੀ ਸਾਡੇ ਹੱਕ ਦੇ ਵਿੱਚ ਕਦੇ ਬੋਲਦੀ ਸੁਣੀ ਹੈ ਜੀ? ਕੋਈ ਪਾਰਟੀ ਲਾ ਲਓ, ਜੇ ਬੋਲਦੇ ਆ ਕਿਤੇ ਕੋਈ ਗਲਤੀ ਨਾਲ ਕੋਈ ਲੀਡਰ ਬੋਲ ਪੈਂਦਾ ਤੇ ਅਗਲੇ ਦਿਨ ਹੀ ਚੁੱਪ ਕਰ ਜਾਂਦਾ, ਅਗਲੇ ਦਿਨੋਂ
ਜਿਹੜਾ ਤੁਸੀਂ ਦੱਸ ਰਹੇ ਹੋ ਇਹ ਜਿਹੜੀਆਂ ਸੜਕਾਂ ਨਿਕਲ ਰਹੀਆਂ ਲੋਕਾਂ ਨੂੰ ਬੜਾ ਚਾਅ ਚੜ ਜਾਂਦਾ, ਜਿਵੇਂ ਤੁਸੀਂ ਦੱਸਿਆ ਵੀ ਭਾਈ ਸੜਕ ਨਿਕਲੂਗੀ ਆਪਣੀ ਜ਼ਮੀਨ ਆਊਗੀ ਵੱਧ ਰੇਟ ਪੈਣਗੇ। ਜਿਹੜੀ ਇਹ ਸੜਕ ਆ ਤੁਹਾਡੀ ਤਾਂ ਮੈਨੂੰ ਲੱਗਦਾ 6 ਪਤਾ ਨਹੀਂ 9 ਫੁੱਟ, ਜਿਵੇਂ ਆਪਾਂ ਅੱਗੇ KMP ਰੋਡ ਬਣਿਆ ਹੋਇਆ ਦਿੱਲੀ ਦੇ ਆਸੇ-ਪਾਸੇ ਉਸ ਤਰ੍ਹਾਂ ਦਾ, ਤਾਂ ਉਹਦਾ ਫਿਰ ਕਿਸਾਨਾਂ ਨੂੰ ਕੋਈ ਫਾਇਦਾ ਤਾਂ ਹੋਣੀ ਨਾ। ਤਾਂ ਤੁਸੀਂ ਜੇ ਆਪਾਂ ਕਿਸੇ ਨੇ ਕੋਈ ਢਾਬਾ ਲਾਉਣਾ ਜਾਂ ਕੋਈ ਹੋਰ ਕੰਮ ਕਰਨਾ ਜਾਂ ਤੁਹਾਡੇ ਕੋਈ ਵਾਹੀਯੋਗ, ਤਾਂ ਉੱਥੇ ਦਾ ਵਪਾਰ ਆ, ਇੱਕ ਤਰ੍ਹਾਂ ਦਾ ਵਪਾਰਕ ਸੜਕ ਹੈ ਇਹ ਤਾਂ ਬਾਣੀ ਐਕਚੁਅਲ ਦੇ ਵਿੱਚ ਅਡਾਨੀ ਬਾਨੀਜ਼ ਲਈ ਰਹੀ ਹੈ। ਜੇ ਤੁਸੀਂ ਮੇਥੋਂ ਡਾਇਰੈਕਟਲੀ ਸ਼ਾਰਟ 'ਚ ਪੁੱਛੋ, ਅਡਾਨੀ ਬਾਨੀਆਂ ਦਾ ਡ੍ਰੀਮ ਪ੍ਰੋਜੈਕਟ ਹੈ, ਮੋਦੀ ਦਾ ਤੇ ਗਡਕਰੀ ਦਾ ਡ੍ਰੀਮ ਪ੍ਰੋਜੈਕਟ ਹੈ। ਮੈਂ ਬੜੇ ਸਾਫ਼ ਸ਼ਬਦਾਂ 'ਚ ਕਹੂੰਗਾ, ਕੈਪਟਨ ਸਾਹਿਬ ਬਾਰੇ ਕਹੂੰਗਾ, ਕੈਪਟਨ ਸਾਹਿਬ ਨੇ ਅਡਾਨੀ ਬਾਨੀਜ਼ ਨਾਲ ਮੀਟਿੰਗ ਕੀਤੀਆਂ ਸੜਕਾਂ ਬਾਰੇ, ਜਿਨ੍ਹਾਂ ਦੀਆਂ ਜ਼ਮੀਨਾਂ ਕਿਸਾਨ ਤੜਫ ਰਹੇ ਆ, ਇੱਕ ਟੈਲੀਫੋਨ ਕਰਕੇ ਨਹੀਂ ਬੁਲਾਇਆ। ਉਹਨਾਂ ਦੇ ਘਰ ਦੇ ਵਿੱਚੋਂ ਅਸੀਂ ਮਹਿਲ ਦੇ ਬਾਹਰ ਬੈਠੇ ਆ, ਇੱਕ ਗਲਾਸ ਪਾਣੀ ਦਾ ਨਹੀਂ ਆਇਆ। ਸਾਡਾ ਪਟਿਆਲੇ ਨੇ ਬੜੀ ਮਦਦ ਕੀਤੀ ਆ, ਉੱਥੇ ਬੜੇ ਯੂਥ ਨੇ ਮਦਦ ਕੀਤੀ ਆ, ਪਰ ਅਸੀਂ ਹੈਰਾਨ ਹੈ ਕਿ ਅਸੀਂ ਇਹਨਾਂ ਬੰਦਿਆਂ ਨੂੰ ਚੁਣ ਕੇ ਆਪਦੀ ਰਾਖੀ ਲਈ ਭੇਜਦੇ ਹਾਂ। ਤੁਹਾਡੇ ਚੈਨਲ ਦੇ ਰਾਹੀਂ ਮੈਂ ਇੱਕ ਗੱਲ ਕਹੂੰਗਾ ਆਪਣੇ ਜਥੇਬੰਦੀਆਂ ਨੂੰ, ਕਿਉਂਕਿ ਬੜੀਆਂ ਸੀਨੀਅਰ ਹੈ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਪੋਲੀਟੀਕਲ ਇੱਕ ਬੇਸ ਤਿਆਰ ਕਰਨਾ ਪਊਗਾ। ਅਦਰਵਾਈਜ਼ ਜਿਹੜਾ ਸਾਡਾ ਹਾਲ ਹੋ ਰਿਹਾ, ਬੜੀਆਂ ਪਾਵਰਫੁੱਲ ਜਦੋਂ ਸਰਕਾਰ ਬਣ ਜਾਂਦੀ, ਬੜੀ ਤਾਕਤਵਰ ਹੋ ਜਾਂਦੀ ਹੈ, ਉਹਦੇ ਨਾਲ ਲੜਨਾ ਬੜਾ ਔਖਾ ਹੋ ਜਾਂਦਾ। ਸਾਨੂੰ ਪਤਾ ਹੈ ਅਸੀਂ ਜਿਹੜੇ ਹਿਸਾਬ ਨਾਲ ਲੜ ਰਹੇ ਹਾਂ, ਤੇ ਨਹੀਂ ਸਾਡਾ ਜਿਹੜਾ ਕਿਸਾਨੀ ਦਾ ਮੁੱਦਾ ਖਤਮ ਹੋ ਜਾਊਗਾ ਪੰਜਾਬ 'ਚੋਂ। ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਬਾਈ ਜੀ। ਸੋ ਇਹ ਸਨ ਜਿਹੜਾ ਹੈਗਾ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਪੰਜਾਬ। ਉਸ ਤੋਂ ਪਹਿਲਾਂ ਜਿਹੜਾ ਫੂਲੇ ਵਾਲੇ ਦਾ ਮੁੰਡਾ ਬੋਲ ਕੇ ਗਿਆ, ਪਰ ਓਵਰਆਲ ਇਹ ਆ ਵੀ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਰੋਡ ਤੇ ਰੋਡ ਜਿਹੜਾ ਕੱਢਿਆ ਜਾ ਰਿਹਾ, ਖਾਸ ਕਰਕੇ ਜੇ ਕੋਈ ਦੇਖੇ ਤਾਂ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਨਹੀਂ ਲੱਗ ਰਹੀ, ਵੱਡੀ ਨਹੀਂ ਲੱਗ ਰਹੀ, ਦੇਖਣ ਨੂੰ ਨਹੀਂ ਲੱਗ ਰਹੀ, ਪਰ ਆਉਣ ਵਾਲੇ ਸਮੇਂ ਦੀ ਜਿਹੜੀ ਤਿਆਰੀ ਹੋ ਰਹੀ ਹੈ, ਆਉਣ ਵਾਲੇ 50 ਸਾਲਾਂ ਦੀ, ਆਉਣ ਵਾਲੇ 20 ਸਾਲਾਂ ਦੀ, ਕਿਉਂਕਿ ਸਰਕਾਰ ਵਾਸਤੇ 5 ਸਾਲ ਦੀ ਉਮਰ ਕੁਝ ਨਹੀਂ ਹੁੰਦੀ, ਬੰਦੇ ਵਾਸਤੇ ਜ਼ਿੰਦਗੀ ਦਾ 1 ਸਾਲ ਬਹੁਤ ਹੁੰਦਾ। ਤੇ ਇਸ ਤਰ੍ਹਾਂ ਜਿਹੜੇ ਵੱਡੇ ਪ੍ਰੋਜੈਕਟ ਹੁੰਦੇ ਆ ਤਾਂ ਉਹਨਾਂ ਵਾਸਤੇ 10 ਸਾਲ 20 ਸਾਲ ਕੁਝ ਵੀ ਨਹੀਂ ਹੁੰਦੇ। ਸੋ ਇੱਕ ਦਿਨ ਇਹੀ ਰੋਡ ਦੇ ਥਰੂ ਜਿਹੜਾ ਅੰਬਾਨੀ ਅਡਾਨੀ ਦਾ ਵਪਾਰ ਆ ਕਿਤੇ ਮੱਧ ਏਸ਼ੀਆ ਤੱਕ ਜਾਣਾ, ਤੇ ਇੱਥੋਂ ਜਿਹੜੀ ਕਣਕ ਹੈ ਜਾਂ ਝੋਨਾ ਜਾਂ ਹੋਰ ਫਸਲਾਂ ਜਿਹੜੀਆਂ ਵੀ ਉਹ ਕਾਰਪੋਰੇਟ ਇੱਥੇ ਵਿਕਾਊਗਾ, ਤੇ ਇਹਨੂੰ ਸੈਂਟਰਲ ਏਸ਼ੀਆ ਜਿੱਥੇ ਆਉਣ ਦਾ ਦਾਣਾ ਤੱਕ ਨਹੀਂ ਹੁੰਦਾ, ਤਾਂ ਇਹਨਾਂ ਸੜਕਾਂ ਦੇ ਥਰੂ ਹੀ ਜਿਹੜਾ ਹੈਗਾ ਭੇਜਿਆ ਜਾਣਾ। ਤੇ ਇਹ ਇੱਕ ਬਹੁਤ ਵੱਡਾ ਇਸ਼ੂ ਆ ਪੰਜਾਬ ਦੇ ਵਿੱਚ। ਭਾਰਤਮਾਲਾ ਪ੍ਰੋਜੈਕਟ ਆ ਜਿਹੜਾ ਪੂਰੇ ਭਾਰਤ ਦੇ ਵਿੱਚ ਚੱਲ ਰਿਹਾ, ਜਿਹਦੇ ਥਰੂ ਜਿਹੜਾ ਕਾਰਪੋਰੇਟ ਜਗਤ ਆ ਇੱਥੇ ਜਿਹੜਾ ਸਾਰੀ ਚੀਜ਼ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਿਹਾ। ਪਰ ਇੱਕ ਗੱਲ ਯਾਦ ਆਉਂਦੀ 1994 ਦੀ, ਜਦੋਂ ਆਪਾਂ ਭਾਰਤ ਨੇ WTO ਸਮਝੌਤੇ ਤੇ ਸਾਈਨ ਮਾਰੇ, ਤੇ ਮੇਰੇ ਉਹ ਅਫਸਰ ਯਾਦ ਆਉਂਦਾ ਜਿਨ੍ਹਾਂ ਨੇ ਉਦੋਂ ਕਿਹਾ ਸੀਗਾ, ਜਦੋਂ ਕਿਹਾ ਕਿ ਜਿਹੜਾ ਆਪਾਂ ਕੀ ਆ ਮਲਟੀਨੈਸ਼ਨਲ ਕੰਪਨੀਆਂ, ਉਹਨਾਂ ਨੂੰ ਜਿਹੜੀ ਦੁਨੀਆ ਇੱਕ ਹੋ ਰਹੀ ਆ ਵਪਾਰ ਵਾਸਤੇ ਖੋਲ੍ਹਿਆ ਜਾਵੇ। ਪਰ ਭਾਰਤ ਦੇ ਵਿੱਚ ਤੁਹਾਨੂੰ ਪਤਾ ਉਹਨੇ ਕਿਹਾ ਸੀ ਕਿ ਅਸੀਂ ਤੀਜੀ ਦੁਨੀਆ ਦੇ ਮੁਲਕ ਦੇ ਨਿਵਾਸੀ ਆ, ਅਤੇ ਸਾਡੇ ਕੋਲੇ ਤਾਂ ਪਹਿਲਾਂ ਹੀ ਵਪਾਰ ਨਹੀਂਗਾ। ਤੇ ਉਹੀ ਗੱਲ ਹੋਈ, WTO ਸਮਝੌਤਾ ਹੋਇਆ, 21 ਲੱਖ ਜਿਹੜੇ ਕਾਰਖਾਨੇ ਉਸ ਸਮੇਂ ਬੰਦ ਹੋਏ, ਤੇ ਆਹ ਲਾਕਡਾਊਨ ਦੇ ਵਿੱਚ ਤਾਂ ਉਹ ਅਣਗਿਣਤ ਹੋ ਗਏ। ਪਰ ਉਹਨੇ ਇੱਕ ਗੱਲ ਕਹੀ ਸੀ, ਜੇਕਰ ਕੰਪਨੀਆਂ ਵਾਸਤੇ ਪੂਰੀ ਦੁਨੀਆ ਇੱਕ ਹੋ ਸਕਦੀ ਆ, ਤਾਂ ਸਾਨੂੰ ਜਿਹੜਾ ਕਿਉਂਕਿ ਸਾਡੇ ਕੋਲ ਤਾਂ ਇਕੱਲੀ ਲੇਬਰ ਆ, ਤਾਂ ਲੇਬਰ ਵਾਸਤੇ ਵੀ ਦੁਨੀਆ ਇੱਕ ਹੋਣੀ ਚਾਹੀਦੀ ਹੈ। ਤਾਂ ਮਤਲਬ ਕਿ ਜਿਹੜਾ ਤੁਸੀਂ ਕੈਨੇਡਾ ਅਮਰੀਕਾ ਦੇ ਵਿੱਚ ਵੀਜ਼ੇ ਤੁਸੀਂ 50 20 ਲੱਖ ਰੁਪਏ ਦੇ ਲੈਂਦੇ ਹੋ, ਤਾਂ ਅਸੀਂ ਵੀ ਕਿਤੇ ਦੁਨੀਆ ਦੇ ਵਿੱਚ ਇਹ ਵੀ ਹੋਣਾ ਚਾਹੀਦਾ ਗਰੀਬ ਮੁਲਕਾਂ ਵਾਸਤੇ ਵੀ, ਜਿੱਥੋਂ ਸਾਡੀ ਲੇਬਰ ਕਿਤੇ ਵੀ ਜਾ ਕੇ ਕੰਮ ਕਰ ਸਕੇ। ਸੋ ਉਹ ਚੀਜ਼ਾਂ ਦੇ ਉੱਤੇ ਸਰਕਾਰਾਂ ਨੇ ਆਉਣਾ ਨਹੀਂ, ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਉਹ ਖੋਹ ਕੇ ਆਪਦੀ ਮੁੱਠੀ 'ਚ ਪਾ ਕੇ ਅੱਜ ਇਹਨਾਂ ਨੂੰ ਚਾਹੇ 50 ਲੱਖ ਦਾ ਚਾਹੇ ਕਰੋੜ ਦਾ ਝਾਂਸਾ ਦੇ ਕੇ ਅੱਗੇ ਆਉਣਾ ਚਾਹੀਦਾ। ਮੈਂ ਕਿਸਾਨ ਯੂਨੀਅਨ ਨਾਲ ਵੀ ਗੱਲਬਾਤ ਕੀਤੀ, ਇੱਕ ਮੇਰੇ ਬੜੇ ਅਜੀਜ਼ ਕਿਸਾਨ ਆਗੂ, ਮੈਂ ਕਿਹਾ ਯਾਰ ਤੁਸੀਂ ਉਹਨਾਂ ਦੀ ਮਦਦ ਕਰੋ। ਕੁਝ ਕਿਸਾਨ ਯੂਨੀਅਨਾਂ ਕਰ ਵੀ ਰਹੀਆਂ, ਕੁਝ ਨਹੀਂ। ਉਹ ਕਹ ਰਹੇ ਅਸੀਂ ਜੇਕਰ ਕਿਸਾਨ ਜ਼ਮੀਨ ਨਾ ਛੱਡਣ ਤਾਂ ਅਸੀਂ ਮਦਦ ਕਰਨ ਨੂੰ ਤਿਆਰ ਹਾਂ। ਜਿਵੇਂ ਬਾਈ ਨੇ ਕਿਹਾ, ਅਸੀਂ ਜ਼ਮੀਨ ਛੱਡ ਕੇ ਨਾ ਛੱਡਿਓ, ਕਿਸਾਨਾਂ ਦੀ ਜਿਹੜੀ ਜ਼ਮੀਨ ਆ ਪਹਿਲਾਂ ਹੀ ਕੰਪਨੀਆਂ ਦੇ ਹੱਕ ਦੇ ਵਿੱਚ ਬੋਲੀ ਜਾਂਦੀ ਆ, ਤਾਂ ਸਾਨੂੰ ਜਿਹੜਾ ਹੈ ਮਜਬੂਰਨ ਨਾ ਚਾਹੁੰਦੇ ਵੀ ਇੱਥੇ ਸੰਘਰਸ਼ ਕਰਨਾ ਪੈ ਰਿਹਾ। ਸੋ ਮੈਂ ਬੇਨਤੀ ਕਰਦਾ ਤੁਹਾਡੇ ਥਰੂ ਕਿ ਜਿਸ ਤਰ੍ਹਾਂ ਇੱਕ ਦਿੱਲੀ 'ਚ ਸੰਘਰਸ਼ ਚੱਲ ਰਿਹਾ, ਉਸ ਤਰ੍ਹਾਂ ਇਹ ਭਰਾ ਜਿਹੜੇ ਹੈਗੇ ਆ ਪਟਿਆਲੇ ਦੇ ਵਿੱਚ, ਉਸ ਤੋਂ ਬਿਨਾਂ ਹਰ ਜ਼ਿਲ੍ਹੇ ਦੇ ਵਿੱਚ ਸੰਘਰਸ਼ ਕਰ ਰਿਹਾ। ਤਾਂ ਤੁਹਾਨੂੰ ਵੀ ਥੋੜ੍ਹਾ ਸੁਚੇਤ ਹੋਣਾ ਚਾਹੀਦਾ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਜਿਹੜਾ ਕਿਸਾਨਾਂ ਦਾ ਸਾਥ ਦੇਗੇ। ਬਣੇ ਰਹੋ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਨਾਲ, ਗੁਰਪ੍ਰੀਤ ਕੋਟਲੀ YouTube ਚੈਨਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।